बच्चों अज की BA MA थर्ड सेमेस्टर की लाइव क्लास के विच तुहाडा स्वागत है। रमन आवाज आ रही मेरी? जी सर आ रही है। गुड मॉर्निंग सर। गुड मॉर्निंग। करो ज्वाइन, कोई नहीं फिर करते शुरू। हाँ जी सर मैं कहा ज्वाइन कर लो सारे जने फिर करते शुरू। ठीक है सर। ਤੁਹਾਨੂੰ PPT नजर आ रही है? हाँ जी सर। ठीक है, ਅੱਜ ਅਸੀਂ ਨਾ ਜਿਹੜੇ ਕੁਐਸਚਨ ਆਪਾਂ ਲਿਖਦੇ ਪਏ ਆ ਉਹ ਉਸ ਤੋਂ ਅੱਗੇ ਅਸੀਂ ਸ਼ੁਰੂ ਕਰਨਾ ਹੈ। ਜਿਹੜਾ ਕੁਐਸਚਨ ठीक ਅਸੀਂ है। ਪਹਿਲੇ ਕਰਦੇ ਪਏ ਸੀਗਾ ਨਾ ਕੈਬਨਿਟ ਵਾਲਾ, ਬ੍ਰਿਟਿਸ਼ ਕੈਬਨਿਟ ਵਾਲਾ, हाँ जी ਉਹ हाँ जी ਕਾ सर। ਲਿਖਣਾ है। मैं शुरू करा फिर? कर दो सर। हाँ जी हाँ बाकी ज्वाइन कर देंगे। ठीक है सर। हाँ जी BA2 ਦੇ ਵਿੱਚ ਭਾਰਤੀ ਕੈਬਨਿਟ ਉੱਤੇ ਚਰਚਾ ਆਪਾਂ ਕੀਤੀ ਉਹ ਸੇਮ ਹੀ ਕੁਐਸਚਨ ਇਹ ਉਹ ਪਾਉਂਦਾ ਹੈ, ਸੇਮ ਹੀ ਕੁਐਸਚਨ ਹੈਗਾ ਸਾਨੂੰ। ਠੀਕ ਹੈ ਨਾ? ठीक है सर। ਸੋ हाँ ਇਹਦੇ जी ਵਿੱਚ ਅਸੀਂ ਇਹਦੀ ਡਿਵੈਲਪਮੈਂਟ ਦੇਖ ਲਈ ਹੈ, ਇਹਦਾ ਮੀਨਿੰਗ ਕਰ ਲਿਆ ਹੋਇਆ ਹੈ ਤੇ ਇਹਦੇ ਵਿੱਚ हाँ ਅਸੀਂ ਜਿਹੜਾ ਹੈਗਾ ਅੱਜ ਜਿਹੜਾ ਇਹਦੀਆਂ ਸ਼ਕਤੀਆਂ ਉੱਤੇ ਜਿਹੜੀ ਚਰਚਾ ਵੀ ਕਰਾਂਗੇ। ਥੋੜਾ ਜਿਹਾ ਜਿਹੜਾ ਕੋਈ ਇੰਪੋਰਟੈਂਟ ਪੁਆਇੰਟ ਹੈਗਾ ਉਹ ਵੀ ਜਿਹੜਾ ਆਪਾਂ ਡਿਸਕਸ ਜਿਹੜਾ ਹੈਗਾ ਉਹ ਅੱਜ ਦਾ ਮੈਂ ਜਿਹੜਾ ਹੈਗਾ ਆਪਣਾ ਜਿਹੜਾ ਲੈਕਚਰ ਹੈ ਉਹ ਡਿਵੈਲਪਮੈਂਟ ਲਿਖੀ ਸੀ ਸਾਰੇ ਕੁਝ। ਇਦਾਂ ਦੀ ਕੋਈ ਗੱਲ ਜਿਹੜੀ ਪਤਾ ਨਾ ਲੱਗੀ ਹੋਵੇ। ਬੱਚਿਓ ਇਦਾਂ ਦੀ ਕੋਈ ਗੱਲ ਪਤਾ ਨਾ ਲੱਗੀ ਹੋਵੇ। गुड मॉर्निंग सर। सर 25 तरीक वाला जो सीगा लेक्चर वो ਅਸੀਂ ਸੁਣ ਲਿਆ ਸੀਗਾ, ਜੋ ਅੱਜ ਵਾਲਾ ਉਹ ਅਜੇ ਤੱਕ ਸੁਣਿਆ ਨਹੀਂ ਹੈ। ਨਹੀਂ ਅੱਜ ਵਾਲਾ ਤਾਂ ਮੈਂ ਪਾਇਆ ਹੀ ਨਹੀਂ ਨਾ ਤੁਹਾਨੂੰ, ਇਹ ਤਾਂ ਮੈਂ ਹੁਣ ਹਾਂਜੀ ਹਾਂਜੀ ਸਰ, ਜੋ ਮਾਰਨਿੰਗ ਪਾਇਆ ਸੀਗਾ ਲਾਸਟ ਕੀਤਾ ਸਰ ਫੀਚਰਸ ਮਤਲਬ ਉਹਦੇ ਵਿੱਚ ਜਿਹੜਾ ਆਪਾਂ ਲਿਖਾਇਆ ਸੀ ਮੈਂ ਤੁਹਾਨੂੰ ਰਿਕਾਰਡਡ ਵੀ ਪਾਇਆ ਸੀ ਨਾ। ਹਾਂਜੀ ਹਾਂਜੀ ਸਰ, ਜੋ ਲਿਖਾਇਆ ਸੀ ਉਹ ਸਮਝ ਲੱਗ ਗਿਆ ਸੀਗਾ। ਚਲੋ ਠੀਕ ਹੈ। ਚਲੋ ਹਾਂਜੀ ਸਰ, ਇੰਗਲੈਂਡ ਦੇ ਕੈਪੀਟਲ ਵਿਵਸਥਾ ਵਾਲਾ ਕੁਐਸਚਨ ਸੀ ਪਹਿਲਾ ਜਿਹੜਾ ਪੁਆਇੰਟ ਹੈਗਾ। ਹਾਂਜੀ ਸਰ। सम्राट कैबिनेट ਦਾ ਪ੍ਰਮੁੱਖ ਹੁੰਦਾ ਹੈ, ਇਹ ਪਹਿਲਾ ਪੁਆਇੰਟ ਬਣਦਾ ਹੈ। ਇਨਕਲੂਜਨ ਆਫ ਸੋਵਰਨ ਫਰਮ ਦੀ ਕੈਬਨਿਟ। ਨਹੀਂ, ਸਮਰਾਟ ਨੂੰ ਜਿਹੜਾ ਹੈਗਾ ਉਹ ਕੈਬਨਿਟ ਦੇ ਵਿੱਚੋਂ ਕੱਢਿਆ ਗਿਆ ਹੈ। ਤੁਹਾਨੂੰ ਮੈਂ ਉਦਾਂ ਵੀ ਦੱਸਿਆ ਸੀਗਾ ਕਿ ਜਿੱਦਾਂ ਜਿੱਦਾਂ ਜਿਹੜਾ ਉੱਥੇ ਜਿਹੜਾ ਪ੍ਰਾਈਮ ਮਿਨਿਸਟਰ ਬਣਿਆ ਜਾਂ ਪ੍ਰਾਈਮ ਮਿਨਿਸਟਰ ਦੇ ਅਹੁਦੇ ਦਾ ਜਦੋਂ ਜਨਮ ਹੋ ਗਿਆ ਇੰਗਲੈਂਡ ਦੇ ਵਿੱਚ, ਉਸ ਤੋਂ ਬਾਅਦ ਜਿਹੜਾ ਸੀਗਾ ਰਾਜੇ ਦੀਆਂ ਸ਼ਕਤੀਆਂ ਜਿਹੜੀਆਂ ਸੀ ਹੌਲੀ ਹੌਲੀ ਜਿਹੜੀਆਂ ਸੀਗੀਆਂ ਉਹ ਘਟਣੀਆਂ ਸ਼ੁਰੂ ਹੋ ਗਈਆਂ। ਔਰ ਉਹਦੇ ਨਾਲ ਕੀ ਹੋਇਆ, ਰਾਜਾ ਜਿਹੜਾ ਸੀਗਾ ਕੈਬਨਿਟ ਦਾ ਹਿੱਸਾ ਨਹੀਂ ਰਿਹਾ। ਮਤਲਬ ਕੈਬਨਿਟ ਦੇ ਜਿਹੜੇ ਡਿਸੀਜਨ ਲੈਣੇ ਸੀਗੇ, ਕੈਬਨਿਟ ਦੇ ਵਿੱਚ ਜਿਹੜੇ ਡਿਸੀਜਨ ਲਏ ਜਾਣਾ ਸੀ ਉਹ ਨਹੀਂ ਲੈਂਦਾ ਸੀ, ਕਿਉਂਕਿ ਕੈਬਨਿਟ ਦੀ ਅਧਿਕਸ਼ਤਾ ਕਿਹਨੇ ਕਰਨੀ ਸ਼ੁਰੂ ਕੀਤੀ? ਪ੍ਰਧਾਨ ਮੰਤਰੀ ਨੇ ਕਰਨੀ ਸ਼ੁਰੂ ਕਰ ਦਿੱਤੀ। ਕੈਬਨਿਟ ਦੀ ਵਿਵਸਥਾ ਜਿਹੜੀ ਸੀਗੀ ਜਾਂ ਉਹ ਜਿਹੜਾ ਸੀਗਾ ਰਾਜਾ ਕਰਦਾ ਹੁੰਦਾ ਸੀ। ਠੀਕ ਹੈ, ਰਾਜਾ ਨਹੀਂ ਕਰਦਾ ਹੁੰਦਾ। ठीक है, फिर ਇਹਦੇ ਵਿੱਚ ਦੂਸਰਾ ਪੁਆਇੰਟ ਹੈ, ਇਹਦੇ ਵਿੱਚ ਲਿਖਾਣ ਵਾਲੀ ਕੋਈ ਗੱਲ ਨਹੀਂ ਹੈ, ਇਸ ਕਰਕੇ ਮੈਂ ਤੁਹਾਨੂੰ ਸਮਝਾ ਰਿਹਾ। ਆਵਾਜ਼ ਆ ਰਹੀ ਨਾ ਸਾਰੇ? ਹਾਂਜੀ ਹਾਂਜੀ ਸਰ, ਆਂਦੀ ਪਈ ਆਵਾਜ਼। ਹਾਂਜੀ ਹਾਂਜੀ ਪਈ। ਉਸ ਤੋਂ ਬਾਅਦ ਅਗਲਾ ਹੈ ਮੰਤਰੀਮंडल एवं संसद में घनिष्ठता। ਮੰਤਰੀਮंडल ਅਤੇ ਸੰਸਦ ਦੇ ਵਿੱਚ ਡੂੰਘੇ ਸੰਬੰਧ ਜਾਂ ਜ਼ਿੰਮੇਵਾਰੀ ਵਾਲੇ ਸੰਬੰਧ। तो ਜਿਹੜੀ ਪਾਰਲੀਮੈਂਟਰੀ ਸਿਸਟਮ ਹੁੰਦਾ ਹੈ, ਪਾਰਲੀਮੈਂਟਰੀ ਸਿਸਟਮ ਦੇ ਵਿੱਚ ਕੀ ਹੈ, ਜਿਹੜਾ ਮੰਤਰੀਮंडल ਹੁੰਦਾ ਹੈ, ਮੰਤਰੀ ਮੰਡਲੀ ਵਿਵਸਥਾ ਹੁੰਦੀ ਹੈ, ਉਹਦੇ ਵਿੱਚ ਜਿਹੜਾ ਹੈ ਇੱਕ ਬਹੁਤ ਜਿਹੜਾ ਹੈ ਸੁਚਾਰੂ ਜਿਹੜਾ ਹੈ ਰਿਲੇਸ਼ਨਸ਼ਿਪ ਪਾਇਆ ਜਾਂਦਾ ਹੈ, ਸੰਬੰਧ ਪਾਇਆ ਜਾਂਦਾ ਹੈ। ਔਰ ਜਿਹੜਾ ਕੈਬਨਿਟ ਹੈ ਉਹ ਪ੍ਰਧਾਨ ਮੰਤਰੀ ਦੀ ਸਲਾਹ ਉੱਤੇ ਚੱਲਦਾ ਹੈ। ਔਰ ਜਿਹੜਾ ਰਾਜਾ ਵੀ ਹੈ ਉੱਤੇ ਰਾਜਾ ਵੀ ਹੈ ਉਹ ਵੀ ਪ੍ਰਧਾਨ ਮੰਤਰੀ ਔਰ ਉਸ ਮੰਤਰੀਮंडल ਦੀ ਸਲਾਹ ਉੱਤੇ ਹੀ ਕੰਮ ਕਰਦਾ ਹੈ, ਕਿਉਂਕਿ ਉੱਥੇ ਜਿਹੜਾ ਹੁਣ ਸਮਰਾਟ ਦਾ ਜਿਹੜਾ ਰੂਲ ਹੈ ਉਹ ਸੰਵਿਧਾਨਿਕ ਰੂਪ ਦਾ ਰਹਿ ਗਿਆ ਹੈ। ਇਸ ਕਰਕੇ ਜਿਹੜਾ ਮੰਤਰੀਮंडल ਹੈ ਅਤੇ ਸੰਸਦ ਹੈ ਉਹਨਾਂ ਦੇ ਵਿੱਚ ਜਿਹੜੇ ਘनिष्ठ ਸੰਬੰਧ ਜਿਹੜੇ ਆ। ਇਹਦੇ ਵਿੱਚ ਇੱਕ ਅਗਲਾ ਪੁਆਇੰਟ ਹੈ, ਇਹ ਮੈਂ ਤੁਹਾਨੂੰ ਦੱਸ ਕੇ ਚੁੱਕਾ ਪਹਿਲੇ। नामात्र कार्यपालिका और वास्तविक कार्यपालिका में अंतर। तो पता है ज्योति, वास्तविक कार्यपालिका की होती है और रमन तुसी दसो। रमन हेलो,
रमन हाँ जी सर। तुसी दसो। रमन अपने आप को अनम्यूट करो। ज्योति सर तुसी रमन दसो। लेफ्ट हो गई। ਸਮੂਹਿਕ ਜਿਹੜਾ ਹੁੰਦਾ ਹੈ ਔਰ ਦੂਜੇ ਚ ਕੀ ਅੰਤਰ ਹੈਗਾ ਦੋਨਾਂ ਦੇ ਵਿੱਚ? ਸਮੂਹਿਕ ਜ਼ਿੰਮੇਵਾਰੀ ਵਾਸਤਵਿਕ ਕਾਰਜਪਾਲਿਕਾ ਕੀ ਹੁੰਦੀ ਹੈ ਤੇ ਨਾਮਾਤਰ ਕਾਰਜਪਾਲਿਕਾ ਕੀ ਹੁੰਦੀ ਹੈ? सर नाम मात्र कार्यपालिका ਜਿਹਦਾ ਕੰਮ ਜਿਹੜਾ ਉਹ ਨਾਮ ਮਾਤਰ ਹੋਏ ਔਰ ਜਿਸ ਮੈਨੂੰ ਪੂਰਾ ਦੂਸਰਾ ਲਗਾਉਣ ਦੇ ਵਿੱਚ ਮਾਈਕ ਨਹੀਂ ਹੈਗਾ ਸਰ, ਮੈਨੂੰ ਆਵਾਜ਼ ਘੱਟ ਆ ਰਹੀ। ਸਰ ਹਾਂਜੀ ਮੈਨੂੰ ਵੀ ਕੱਟ ਕੱਟ ਕੇ ਆ ਰਹੀ ਹੈ ਤੁਹਾਡੀ ਆਵਾਜ਼, ਅੱਜ ਨੈਟਵਰਕ ਨਹੀਂ ਹੈ ਮਿਲ ਰਿਹਾ। ਮੈਂ ਦੂਜਾ ਬਦਲਣ ਲੱਗਾ ਹੂੰ ਹੈਡਫੋਨ। ਸਰ ਆਵਾਜ਼ ਵੀ ਬਹੁਤ ਸਲੋ ਆਂਦੀ ਪਈ ਹੈ। ਹੁਣ ਆਵਾਜ਼ ਆ ਰਹੀ है? मेरी आवाज आ रही है? ਹਾਂਜੀ ਹਾਂਜੀ ਸਰ ਥੋੜੀ ਥੋੜੀ ਆ ਰਹੀ ਹੈ। हाँ हूँ ठीक हुई है। वो पहले मैं हेडफोन लाए हुए इसलिए ਉਹਦੇ ਵਿੱਚ ਮਾਈਕ ਨਹੀਂ ਸੀਗਾ, ਇਸ ਕਰਕੇ ਆਵਾਜ਼ ਨਹੀਂ ਆ ਰਹੀ। ਹੁਣ ਧਿਆਨ ਨਾਲ ਸੁਣੋ, ਨਾਮਾਤਰ ਕਾਰਜਪਾਲਿਕਾ ਕੌਣ ਹੈ ਉੱਥੇ? ਪਹਿਲੇ ਤੁਹਾਨੂੰ ਪਤਾ ਹੋਣਾ ਚਾਹੀਦਾ। ਇੰਗਲੈਂਡ ਦੇ ਵਿੱਚ ਨਾਮਾਤਰ ਕਾਰਜਪਾਲਿਕਾ ਕਿਹੜੀ ਹੈ? ज्योति हाँ जी हाँ जी सर हेलो। नामात्र कार्यपालिका के लिए इंग्लैंड ਦੇ ਵਿੱਚ राष्ट्रपति अपने राजा है या प्रधानमंत्री होता है उसका मंत्रिमंडल? ਇਹਨਾਂ ਦੋਨੋਂ से ਦੱਸੋ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਅਦਰਵਾਈਜ਼ ਤੁਹਾਨੂੰ ਜਿਹੜਾ ਹੈ ਸਮਝ ਨਹੀਂ ਲੱਗੂਗਾ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਹੁਣ ਧਿਆਨ ਨਾਲ ਸੁਣੋ, ਜਿਹੜਾ प्रधानमंत्री और उसका मंत्रिमंडल है वास्तविक कार्यपालिका है, और ਜਿਹੜਾ ਰਾਜਾ ਹੈ ਉਹ ਉੱਥੇ ਨਾਮਾਤਰ कार्यपालिका है, क्योंकि ਰਾਜੇ ਦਾ ਜਿਹੜਾ ਰੋਲ ਹੈਗਾ ਹੈ ਉਹ ਨਾਮਾਤਰ ਮੁਖੀ ਦਾ ਰਹਿ ਗਿਆ ਹੈ। ਇਸ ਕਰਕੇ ਰਾਜਾ ਜਿਹੜਾ ਹੈ ਸਿਰਫ ਸੰਵਿਧਾਨਿਕ ਜਿਹੜੇ ਕਰਤੱਵ ਹੈ ਉਹਨਾਂ ਦੀ ਪਾਲਣਾ ਕਰਦਾ ਹੈ। ਜਿੱਦਾਂ ਭਾਰਤ ਦੇ ਵਿੱਚ ਰਾਸ਼ਟਰਪਤੀ ਜਿਹੜਾ ਹੈ ਉਹ ਨਾਮਾਤਰ कार्यपालिका ਹੈ, और ਜਿਹੜਾ ਪ੍ਰਧਾਨ ਮੰਤਰੀ और उसका मंत्रिमंडल है वो वास्तविक कार्यपालिका है। तो इदा की जी व्यवस्था है सिर्फ संसदीय प्रणाली ਜਿਹੜਾ ਅਮਰੀਕਾ ਚ ਸਿਸਟਮ ਚੱਲ ਰਿਹਾ ਹੈ ਅਧਿਆਪਕ ਪ੍ਰਣਾਲੀ ਵਾਲਾ, ਉਹਦੇ ਵਿੱਚ ਇਹ ਵਿਵਸਥਾ ਨਹੀਂ ਹੁੰਦੀ। ਧਿਆਨ ਨਾਲ ਸੁਣੋ, ਉਹਦੇ ਵਿੱਚ ਜਿਹੜੀ ਹੈ ਇਹ ਵਿਵਸਥਾ ਨਹੀਂ ਹੁੰਦੀ। ਨਾਮਾਤਰ ਕਾਰਜਪਾਲਿਕਾ ਦੀ ਵਿਵਸਥਾ ਅਮਰੀਕਾ ਦੇ ਵਿੱਚ ਵਾਸਤਵਿਕ ਤੇ ਨਾਮਾਤਰ ਕਾਰਜਪਾਲਿਕਾ ਇੱਕੋ ਹੀ ਹੈ, ਕਿਉਂਕਿ ਉੱਥੇ ਅਧਿਆਪਕ ਪ੍ਰਣਾਲੀ ਹੈ और ਉੱਥੇ ਜਿਹੜਾ ਸਿਸਟਮ ਹੈ ਉਹ ਸ਼ਕਤੀਆਂ ਦੀ ਵੰਡ ਦੇ ਸਿਧਾਂਤ ਉੱਤੇ ਚੱਲਦਾ ਹੈ। ਕਾਰਜਪਾਲਿਕਾ, ਵਿਧਾਨਪਾਲਿਕਾ ਤੇ ਨਿਆਂਪਾਲਿਕਾ ਜਿਹੜੀ ਹੈ ਉਹ ਅਲੱਗ-ਅਲੱਗ ਰੂਪ ਦੇ ਵਿੱਚ ਜਾਂ ਇੰਡੀਪੈਂਡੈਂਟਲੀ ਜਿਹੜੀ ਹੈ ਉਹ ਕੰਮ ਕਰਦੀ ਹੈ। ਠੀਕ ਹੈ ਜੀ, ਸਾਡੀ ਗੱਲ ਸਮਝ? ਹਾਂਜੀ ਹਾਂਜੀ ਸਰ। ਅੱਛਾ, ਇਸ ਤੋਂ ਬਾਅਦ ਇੱਕ ਤੁਹਾਨੂੰ ਮੈਂ ਇਹ ਵੀ ਦੱਸਿਆ ਸੀਗਾ ਸਮੂਹਿਕ ਜ਼ਿੰਮੇਵਾਰੀ ਤੇ ਆਪਣੇ ਵਿਅਕਤੀਗਤ ਜ਼ਿੰਮੇਵਾਰੀ। ਹੁਣ ਜਿਹੜਾ ਕੋਈ ਮਿਨਿਸਟਰ ਬਣਦਾ ਹੈ ਸਰਕਾਰ ਦੇ ਵਿੱਚ ਉਹ ਵਿਅਕਤੀਗਤ ਵੀ ਜ਼ਿੰਮੇਵਾਰ ਹੁੰਦਾ ਸੰਸਦ ਦੇ ਪ੍ਰਤੀ, ਲੋਕਾਂ ਦੇ ਪ੍ਰਤੀ ਅਤੇ ਜਨਮਤ ਦੇ ਪ੍ਰਤੀ। ਅਗਰ ਉਹਦੇ ਕੋਲ ਕੋਈ ਗਲਤ ਕੰਮ ਹੁੰਦਾ ਹੈ ਜਾਂ ਉਹ ਕਰਪਸ਼ਨ ਕੇਸ ਚ ਫਸਦਾ ਹੈ ਜਾਂ ਹੋਰ ਕੋਈ ਉਹਦੇ ਕੋਲ ਗਲਤੀ ਹੁੰਦੀ, ਵੱਡੀ ਗਲਤੀ ਹੁੰਦੀ ਹੈ, ਜਾਂ ਤਾਂ ਉਹ ਆਪਣੇ ਆਪ ਮੰਤਰੀ-ਮੰਡਲ ਤੋਂ ਅਸਤੀਫਾ ਦੇ ਦੇਵੇ। ਅਗਰ ਉਹ ਆਪਣੀ नैतिक जिम्मेवारी समझदा हुआ अगर वो इस्तीफा दे देता अपने मंत्रिमंडल के अहुदे तो ठीक है, नहीं तो कई बार प्रधानमंत्री उसको बर्खास्त भी करना। इस तरह जिहड़ा व्यक्ति है वो व्यक्तिगत रूप से जिहड़ा है वो स्वतंत्र है। मिनिस्टर जिहड़ा है इहनूं आपां कहंदे व्यक्तिगत रिस्पांसिबिलिटी या और जिहड़ी समूहिक जिम्मेवारी है, समूहिक जिम्मेवारी बारे एक विचारक होए है वो कहते हैं समूहिक दायित्व ब्रिटिश कैबिनेट की कार्यविधि का मूल आधार। मतलब जिथे जिथे भी संसदीय प्रणालियां चल रही हैं जिन्हां देशों के विच उत्थे जिहड़ा क्विंटन हॉग की जिहड़ी स्टेटमेंट है पूरी तरह नाल सही बैठती है कि समूहिक दायित्व जिहड़ा है वो कैबिनेट की कार्यविधि का मूल आधार है। समूहिक हुण तुसीं पिछे जिहा देखिया होना है
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਤੋਂ ਰਿਜ਼ਾਈਨ ਕੀਤਾ ਸੀ। ਹੁਣ ਜਿਹੜੀ ਹਾਂਜੀ ਸੰਸਦੀय ਸਰ। ਪ੍ਰਣਾਲੀ ਹੈ ਦੋਨੋਂ ਲੈਵਲ ਤੇ ਹੈ, ਪ੍ਰਾਂतीय ਪੱਧਰ ਤੇ ਵੀ ਹੈ, ਕੇਂਦਰੀ ਪੱਧਰ ਤੇ ਵੀ ਹੈ। ਕੇਂਦਰੀ ਪੱਧਰ ਤੇ ਮੰਤਰੀ ਮੰਡਲ ਦਾ ਮੁਖੀਆ ਪ੍ਰਧਾਨ ਮੰਤਰੀ ਹੁੰਦਾ ਹੈ ਔਰ ਪ੍ਰਾਂतीय ਪੱਧਰ ਤੇ ਮੁੱਖ ਮੰਤਰੀ ਹੁੰਦਾ ਹੈ। ਸੋ ਮੁੱਖ ਮੰਤਰੀ ਨੇ ਅਸਤੀਫਾ ਦਿੱਤਾ, ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦਿੱਤਾ ਸੀ ਨਾ ਸਰ, और कोई तो नहीं इस्तीफा दे गया सुन रहे हो? हाँ जी सर। और कोई तो ना इस्तीफा दे, और किसी ने तो नहीं इस्तीफा दिता सीगा। तो 4:30 बजे कैप्टन अमरिंदर सिंह ने पिछले हफ्ते मतलब पिछले सैटरडे ਜਿਹੜਾ ਇਸਤੀਫਾ ਦਿੱਤਾ ਸੀ ਔਰ ਉਹਦੇ ਇਸਤੀਫੇ ਦੇਣ ਦੇ ਨਾਲ ਸਾਰਾ ਮੰਤਰੀ ਮੰਡਲ ਜਿਹੜਾ ਸੀਗਾ ਉਹ ਉਹਦਾ ਇਸਤੀਫਾ ਮੰਨ ਲਿਆ। ਉਹ ਤੁਸੀਂ ਦੇਖਿਆ ਹੋਣਾ ਮੁੱਖ ਮੰਤਰੀ ਵੀ ਪੰਜਾਬ 'ਚ ਨਵਾਂ ਬਣੇ, ਚਰਨਜੀਤ ਸਿੰਘ ਚੰਨੀ ਜੀ ਬਣੇ हाँ जी सर। ਔਰ ਪਲੱਸ ਜਿਹੜੇ ਕੱਲ ਮੰਤਰੀ ਜਿਹੜਾ ਮੰਤਰੀ परिषद ਸੀਗੇ ਉਹਦੀ ਸ਼ਪਥ ਹੋਈ ਹੈ, ਠੀਕ ਹੈ। ਚਾਹੇ ਕੁਝ ਮੰਤਰੀ ਨਵੇਂ ਲਏ ਗਏ, ਕੁਝ ਮੰਤਰੀ ਪੁਰਾਣੇ ਵੀ ਲਏ ਗਏ, ਉਹਨਾਂ ਨੇ ਦੁਬਾਰਾ ਉਹ ਲਈ ਹੈ। ਸੋ ਇਹੀ ਵਿਵਸਥਾ ਹੈ, ਠੀਕ ਹੈ। ਕਲੈਕਟਿਵ ਰਿਸਪੌਂਸਿਬਿਲਟੀ ਦਾ ਮਤਲਬ ਇਹ ਹੈ ਕਿ ਅਗਰ ਪ੍ਰਧਾਨ ਮੰਤਰੀ ਕੋਲ ਸੱਚ ਬਹੁਮਤ ਖਤਮ ਹੋ ਜਾਂਦਾ ਤਾਂ ਪ੍ਰਧਾਨ ਮੰਤਰੀ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ। अगर प्रधानमंत्री को बहुमत नहीं है संसद के विच वो राज नहीं कर सकते, ठीक है। अगर प्रधानमंत्री कोई करप्शन केस फस जाता है या होर किता प्रधानमंत्री ਜਿਹੜਾ ਅਸਤੀਫਾ ਦਿੰਦਾ, ਜਦੋਂ ਪ੍ਰਧਾਨਮੰਤਰੀ ਨੇ ਅਸਤੀਫਾ ਦਿੱਤਾ ਉਹਦਾ ਮੰਤਰੀ ਮੰਡਲ ਵੀ ਨਾਲ ਹੀ ਜਾਂਦਾ। ਇਸ ਕਰਕੇ ਇਹ ਕਿਹਾ ਜਾਂਦਾ ਦੇ ਸਵਿਮ ਐਂਡ ਸਿੰਕ ਟੁਗੇਦਰ, ਮਤਲਬ ਕਿ ਪ੍ਰਧਾਨ ਮੰਤਰੀ ਦਾ ਅਹੁਦਾ ਇੱਕ ਡੁੱਬਦਾ ਹੋਇਆ ਇਹੋ ਜਿਹਾ ਜਹਾਜ਼ ਹੈ, ਜਦੋਂ ਡੁੱਬ ਗਿਆ ਸਾਰਾ ਜਹਾਜ਼ ਨੇ ਪੂਰੇ ਡੁੱਬ ਜਾਣਾ। ਤਾਂ ਹੀ ਕਰਕੇ ਪ੍ਰਧਾਨ ਮੰਤਰੀ ਨੂੰ ਜਿਹੜਾ ਹੈ ਸ਼ਿਪ ਦਾ ਕਪਤਾਨ ਵੀ ਕਿਹਾ ਜਾਂਦਾ। ਤੁਸੀਂ ਦੇਖਿਆ ਹੋਣਾ ਹੈ ਕਿ ਤੁਸੀਂ ਮੂਵੀ ਆਈ ਸੀ ਟਾਈਟੈਨਿਕ, ਦੇਖੀ ਕਿਸੇ ਨੇ? ਕਈ ਵਾਰੀ ਟੀਵੀ ਤੇ ਵੀ ਆਈ ਟਾਈਟੈਨਿਕ ਮੂਵੀ ਆਈ ਸੀ ਜਿਹਦੇ ਵਿੱਚ ਜਹਾਜ਼ ਜਿਹੜਾ ਉਹ ਡੁੱਬ ਜਾਂਦਾ। ਉਹ ਜਿਹੜੀ ਮੂਵੀ ਸੀਗੀ ਉਹਦੇ ਵਿੱਚ ਇਹ ਦਿਖਾਇਆ ਗਿਆ ਕਿ ਜਿਹੜਾ ਕੈਪਟਨ ਹੁੰਦਾ ਉਹ ਵੀ ਜਿਹੜਾ ਉਹ ਸ਼ਿਪ ਛੱਡਦਾ ਨਹੀਂ, ਉਹ ਮਰ ਜਾਂਦਾ। ਸੋ ਇਸੇ ਤਰ੍ਹਾਂ ਜਿਹੜਾ ਹੈ ਪ੍ਰਧਾਨ ਮੰਤਰੀ ਵੀ ਹੈ ਉਹਦੀ ਸਮੂਹਿਕ ਰਿਸਪੌਂਸਿਬਿਲਿਟੀ ਤੌਰ ਤੇ ਵੀ ਜਿਹੜਾ ਮੰਤਰੀ ਮੰਡਲ ਹੈ। ਫਿਰ ਇੱਕ ਹੋਰ ਪੁਆਇੰਟ ਹੈਗਾ, ਇਹ ਤੁਹਾਨੂੰ ਮੈਂ ਲਿਖਾਊਂਗਾ ਪੁਆਇੰਟ, ਇਹ ਥੋੜਾ ਜਿਹਾ ਇੰਪੋਰਟੈਂਟ ਪੁਆਇੰਟ ਹੈਗਾ। ਇਹ ਹੈਗਾ ਕਿ ਰਾਜਨੀਤਿਕ ਇਕਰੂਪਤਾ, ਰਾਜਨੀਤਿਕ ਇਕਰੂਪਤਾ ਲਿਖੋ ਪੁਆਇੰਟ। ਬ੍ਰਿਟਿਸ਼ ਕੈਬਨਿਟ ਦੀ ਇੱਕ ਪ੍ਰਮੁੱਖ ਵਿਸ਼ੇਸ਼ਤਾ ਇਹ ਵੀ ਹੈ, ਬ੍ਰਿਟਿਸ਼ ਕੈਬਨਿਟ ਦੀ ਇੱਕ ਪ੍ਰਮੁੱਖ ਵਿਸ਼ੇਸ਼ਤਾ ਇਹ ਵੀ ਹੈ ਇਸ ਦੇ ਵਿੱਚ ਰਾਜਨੀਤਿਕ ਇਕਰੂਪਤਾ ਪਾਈ ਜਾਂਦੀ, ਰਾਜਨੀਤਿਕ ਇਕਰੂਪਤਾ ਪਾਈ ਜਾਂਦੀ। कैबिनेट के सदस्य एक तो राजनीतिक विचारा के अनुसार चलते हैं ਅਤੇ ਵੱਖ-ਵੱਖ ਵਿਚਾਰਾਂ ਅਨੁਸਾਰ ਨਹੀਂ, ਵੱਖ-ਵੱਖ ਵਿਚਾਰਾਂ ਅਨੁਸਾਰ ਨਹੀਂ। ਲਿਖ ਲਿਆ? ਹਾਂਜੀ ਸਰ। ਸਾਰੇ ਮੰਤਰੀ ਇੱਕੋ ਹੀ ਰਾਜਨੀਤਿਕ ਦਲ ਤੋਂ, ਸਾਰੇ ਮੰਤਰੀ ਇੱਕੋ ਹੀ ਰਾਜਨੀਤਿਕ ਦਲ ਤੋਂ ਲਏ ਜਾਂਦੇ ਹਨ, ਇੱਕੋ ਹੀ ਰਾਜਨੀਤਿਕ ਦਲ ਤੋਂ ਲਏ ਜਾਂਦੇ ਹਨ। ਅਤੇ ਜਿਸ ਦਲ ਦੀ ਕਾਮਨ ਸਦਨ ਵਿੱਚ, ਜਿਸ ਦਲ ਨੂੰ ਕਾਮਨ ਸਦਨ ਵਿੱਚ ਬਹੁਮਤ ਪ੍ਰਾਪਤ ਹੁੰਦਾ ਹੈ, ਬਹੁਮਤ ਪ੍ਰਾਪਤ ਹੁੰਦਾ ਹੈ, ਉਸ ਦਲ ਨੂੰ ਸਰਕਾਰ ਬਣਾਉਣ ਦਾ, ਉਸ ਦਲ ਨੂੰ
ਸਰਕਾਰ ਬਣਾਉਣ ਦਾ ਪੂਰਾ ਅਧਿਕਾਰ ਮਿਲਦਾ ਹੈ ਜਾਂ ਪ੍ਰਾਪਤ ਹੁੰਦਾ ਹੈ। ਬਹੁਮਤ ਦਲ ਦੇ, ਇਹਨੂੰ ਅੰਡਰਲਾਈਨ ਕਰ ਲਈਓ, ਬਹੁਮਤ ਦਲ ਦੇ ਨੇਤਾ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਂਦਾ ਹੈ ਜਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਜਾਂਦਾ ਹੈ ਅਤੇ ਉਹ ਆਪਣੇ ਦਲ ਦੇ ਸਾਰੇ ਸਾਥੀਆਂ ਦਾ ਚੁਣਾਵ ਕਰਦਾ ਹੈ। ਵਿਰੋਧੀ ਦਲ ਵਿੱਚੋਂ ਕੋਈ ਵੀ ਨੇਤਾ ਸ਼ਾਮਿਲ ਨਹੀਂ ਹੁੰਦਾ। ਵਿਰੋਧੀ ਦਲ ਦੇ ਵਿੱਚੋਂ ਕੋਈ ਵੀ ਨੇਤਾ ਸ਼ਾਮਿਲ ਨਹੀਂ ਹੁੰਦਾ। ਵਿਸ਼ੇਸ਼ ਪਰਿਸਥਿਤੀਆਂ ਵਿੱਚ, ਪੈਰਾਗ੍ਰਾਫ ਚੇਂਜ ਕਰ ਲਓ, ਵਿਸ਼ੇਸ਼ ਪਰਿਸਥਿਤੀਆਂ ਵਿੱਚ ਜਦੋਂ ਕਦੇ ਸੰਯੁਕਤ ਸਰਕਾਰ ਦਾ ਗਠਨ ਕੀਤਾ ਜਾਂਦਾ ਹੈ, ਬ੍ਰੈਕਟ ਲਿਖੋ, ਜਦੋਂ ਕਿਸੇ ਵੀ ਰਾਜਨੀਤਿਕ ਦਲ ਨੂੰ ਬਹੁਮਤ ਨਹੀਂ ਮਿਲਦਾ, ਤਾਂ ਇਹੋ ਜਿਹੀ ਪਰਿਸਥਿਤੀ ਵਿੱਚ ਸੰਯੁਕਤ ਸਰਕਾਰ ਬਣਾਈ ਜਾਂਦੀ ਹੈ ਜਾਂ ਕਈ ਵਾਰ ਰਾਸ਼ਟਰੀ ਸਰਕਾਰ ਵੀ ਬਣਾਈ ਜਾਂਦੀ ਹੈ। ਤਾਂ ਇਹੋ ਜਿਹੀ ਸਰਕਾਰ ਦੇ ਵਿੱਚ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਹੋਣ ਵਾਲੇ ਸਦੱਸਿਆ ਅਲੱਗ-ਅਲੱਗ ਦਲਾਂ ਤੋਂ ਹੁੰਦੇ ਹਨ। ਇਹ ਸਾਰੇ ਲੋਕ ਰਾਸ਼ਟਰੀ ਹਿੱਤ ਵਿੱਚ ਕੰਮ ਕਰਦੇ ਹਨ। ਠੀਕ ਹੈ ਜੀ। ਇਸ ਤਰ੍ਹਾਂ ਰਾਜਨੀਤਿਕ ਇਕਰੂਪਤਾ ਕੈਬਨਿਟ ਵਿਵਸਥਾ ਦੇ ਵਿੱਚ ਕੈਬਨਿਟ ਵਿਵਸਥਾ ਦੀ ਸਰਕਾਰ ਦੇ ਵਿੱਚ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈ। अगला पॉइंट लिखो, कैबिनेट ਦੀਆਂ ਸਮਿਤੀਆਂ, कमेटीज ऑफ द कैबिनेट। ब्रिटिश संसद अपना कामकाज चलाने वास्ते ज्योति पिछे आवाज बहुत आ रही, शां दी, कादी आवाज आ रही सर? नहीं, या ओदा माइक ऑन है, किसी दा माइक ऑन है मैनूं लगदा है। सर मेरा तो नहीं है, बाकी किसी दे आंदी होगी। एक मिनट सर मैं सेपरेट बैठी। हाँ फिर पता नहीं कित्थों आवाज आंदी है। चलो नहीं आपां नूं सुन रहे आ, बस ठीक है, नहीं बहुत अच्छा। ਤੁਹਾਨੂੰ ਮੈਂ ਇੱਕ ਗੱਲ ਹੋਰ ਕਲੀਅਰ ਕਰਨੀ ਸੀ ਕਿ ਤੁਹਾਡੀਆਂ ਸ਼ਾਇਦ ਆਫਲਾਈਨ ਕਲਾਸਾਂ ਸ਼ੁਰੂ ਹੋ ਰਹੀਆਂ। ਸਰ ਕਦੋਂ ਤੋਂ? ਮੇਰੇ ਖਿਆਲ 4 ਤਰੀਕ ਤੋਂ ਕਹਿ ਰਹੇ ਸੀਗੇ। ਠੀਕ ਹੈ ਸਰ। ਇਸ ਹਫਤੇ ਵੀ ਹੋ ਸਕਦੀਆਂ, ਪਰ ਜੋ ਹਾਲੇ ਤੱਕ ਸਾਨੂੰ
ਨੋਟਿਸ ਆਇਆ, ਨੋਟਿਸ ਤਾਂ ਨਹੀਂ ਆਇਆ, ਜੋ ਹਾਲੇ ਤੱਕ ਸਾਨੂੰ ਪਤਾ ਲੱਗਿਆ ਉਹਦੇ ਅਨੁਸਾਰ ਕਲਾਸਾਂ ਜਿਹੜੀਆਂ ਹੈਗੀਆਂ ਉਹ 4 ਤਰੀਕ ਤੋਂ ਸ਼ੁਰੂ ਹੋ ਸਕਦੀਆਂ। ओके सर, ओके। और सर वो तो कोई प्रॉब्लम है सर, एग्जाम फिर ऑफलाइन होंगे कि ऑनलाइन? ਐਤਕੀ ਆਨਲਾइन ही होने एग्जाम, ऑफलाइन ही होने। सर ऑफलाइन, ठीक है सर। ਜੇ ਕੋਵਿਡ ਦੀ ਵੇਵ ਹੋਈ ਫਿਰ ਤਾਂ ਆਨਲਾइन ही होंगे। सर हाँ जी सर, फाइनल ते जाके पता नहीं ना, कुछ अजे कुछ कह नहीं सकते। हाँ चलो लिखो जी। ब्रिटिश कैबिनेट, ब्रिटिश संसद सर अपना कार्य चलाने के लिए, अपना कामकाज चलाने के लिए विभिन्न विभिन्न कमेटियों का निर्माण करती है, वक्-वक् कमेटियां का निर्माण करती है। इस संबंध में कई तरह दी समितियां ਅਤੇ ਉਪ ਸਮਿਤੀਆਂ ਬਣਾਈਆਂ ਜਾਂਦੀਆਂ ਹਨ। हर एक विषय उत्ते संबंधित विषय समिति का विचार लिया जाता है ਅਤੇ ਮੰਤਰੀ ਮੰਡਲ ਦੇ ਸਲਾਹ ਨੂੰ ਵੀ ਤਰਜੀਹ ਦਿੱਤੀ ਜਾਂਦੀ ਹੈ। ਮੰਤਰੀ ਮੰਡਲ ਦੀ ਸਲਾਹ ਨੂੰ ਵੀ ਤਰਜੀਹ ਦਿੱਤੀ ਜਾਂਦੀ ਹੈ। संसद ਦੀਆਂ ਵੱਖ-ਵੱਖ ਸਮਿਤੀਆਂ इस प्रकार है, पैराग्राफ ही लिख लिखो, मतलब अलग तो ना लिखो, बुक्स का नंबर पा के लिखा होता ना, उदा नहीं लिखना होता। रक्षा समिति, डिफेंस कमेटी और सैनिक रक्षा समिति, कमेटी ऑन सिविल डिफेंस, उत्पादन समिति, प्रोडक्शन कमेटी, मानव शक्ति समिति, कमेटी ऑन मैन पावर, आर्थिक नीति समिति, इकोनॉमिक पॉलिसी कमेटी, नेक्स्ट कानूनां नाल संबंधित समिति, दी लेजिस्लेशन कमेटी, उस तो बाद भविष्य के कानूनों के संबंध में समिति, फ्यूचर लेजिस्लेशन कमेटी, राष्ट्रमंडल के विषयों के संबंधित समिति, कॉमनवेल्थ अफेयर्स कमेटी, नेक्स्ट सूचना सेवाओं के संबंधित समिति, इंफॉर्मेशन सर्विसेज कमेटी, इंफॉर्मेशन सर्विसेज कमेटी। ठीक है जी सर। उस तो बाद अगली हैगी है सूचना सेवाओं के साथ संबंधित समिति, सूचना सेवाओं के साथ संबंधित समिति, इंफॉर्मेशन सर्विसेज कमेटी। उसके बाद आगे है उद्योगों के समाजीकरण संबंधित समिति, ठीक है। ये हैगी इंफॉर्मेशन सर्विसेज कमेटी है पहली वाली, तो दूसरी है कमेटी ऑन सोशलाइजेशन ऑफ इंडस्ट्री। तो ये ਵੱਖ-ਵੱਖ समितियां बनाई जांदियां जिस राही ब्रिटिश संसद जिहड़ी है वो काम करदी है। हुण इहदी अगर असीं रचना की गल करिए, हुण एक हुंदी है मंत्री परिषद, एक हुंदा मंत्री मंडल, दोनों च की फर्क है पता तुहानूं? एक नूं आपां कहने आ मंत्री परिषद, दूसरे नूं आपां कहने आ मंत्री मंडल। ਜਿਹੜਾ ਮੰਤਰੀ ਮੰਡਲ ਹੁੰਦਾ ਹੈ ਉਹਦਾ ਆਕਾਰ ਛੋਟਾ ਹੁੰਦਾ ਹੈ। ਮੰਤਰੀ ਮੰਡਲ ਦੇ ਵਿੱਚ 16 ਤੋਂ 25 ਤੱਕ ਜਿਹੜੇ ਸੀਨੀਅਰ ਲੀਡਰ ਹੁੰਦੇ ਆ ਪਾਰਟੀ ਦੇ, ਉਹ ਮਿਨਿਸਟਰ ਹੁੰਦੇ ਆ, ਉਹ ਨੀਤੀ ਨਿਰਮਾਣ ਦਾ ਕੰਮ ਕਰਦੇ ਆ। ਜਦ ਕਿ ਜਿਹੜਾ ਅਗਰ ਆਪਾਂ ਆਕਾਰ ਗੋਲਾ ਲਈਏ, ਇੱਕ ਵੱਡਾ ਗੋਲਾ ਲਈਏ ਤਾਂ ਇੱਕ ਛੋਟਾ ਗੋਲਾ ਲਈਏ, ਸੋ ਜਿਹੜਾ ਮੰਤਰੀ ਮੰਡਲ ਹੈਗਾ ਆ ਉਹ ਵੱਡੇ ਗੋਲੇ ਦਾ ਪਾਰਟ ਹੈ, ਮੰਤਰੀ ਪਰਿਸ਼ਦ ਦਾ ਪਾਰਟ ਹੁੰਦਾ ਮੰਤਰੀ ਮੰਡਲ। ਤੇ ਜਿਹੜੀ ਮੰਤਰੀ ਮੰਡਲ ਦੀ ਜਦੋਂ ਆਪਾਂ ਕਹਿੰਦੇ ਨਾ ਪ੍ਰਧਾਨ ਮੰਤਰੀ ਨੇ ਮੰਤਰੀ ਮੰਡਲ ਦੀ
ਮੀਟਿੰਗ ਬੁਲਾਈ ਤਾਂ ਉਹਦਾ ਅਰਥ ਹੁੰਦਾ ਹੈ ਕਿ ਸਿਰਫ ਜਿਹੜੇ ਕੈਬਨਿਟ ਮਿਨਿਸਟਰ ਬਣਦੇ ਆ, ਯੂਨੀਅਨ ਕੈਬਨਿਟ ਮਿਨਿਸਟਰ ਹੁੰਦੇ ਆ, ਜਾਂ ਸਟੇਟ ਦੇ ਵਿੱਚ ਜਿਹੜੇ ਕੈਬਨਿਟ ਮਿਨਿਸਟਰ ਹੁੰਦੇ ਆ ਕੈਬਨਿਟ ਰੈਂਕ ਤੇ, ਉਹਨਾਂ ਦੇ ਨਾਲ ਹੀ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਜਿਹੜਾ ਹੈ ਬੈਠਕ ਕਰਦਾ। ਉਹਨੂੰ ਆਪਾਂ ਕਹਿੰਦੇ ਮੰਤਰੀ ਮੰਡਲ ਦੀ ਮੀਟਿੰਗ ਬੁਲਾਈ। ਤੇ ਮੰਤਰੀ ਪਰਿਸ਼ਦ ਦੀ ਜਦੋਂ ਮੀਟਿੰਗ ਬੁਲਾਉਂਦਾ ਸਾਰੇ ਮਿਨਿਸਟਰ ਸ਼ਾਮਲ ਹੁੰਦੇ। ਹੁਣ ਅਗਰ ਆਪਾਂ ਮੋਦੀ ਸਰਕਾਰ ਦੀ ਗੱਲ ਕਰੀਏ ਤੇ ਮੋਦੀ ਸਰਕਾਰ ਦੇ ਵਿੱਚ ਮੰਤਰੀ ਪਰਿਸ਼ਦ ਜਿਹੜੀ ਹੈ ਉਹਦੇ ਵਿੱਚ 78 ਮਿਨਿਸਟਰ ਹੈਗੇ। ਜਦੋਂ ਪ੍ਰਧਾਨ ਮੰਤਰੀ ਮੰਡਲ ਦੀ ਮੀਟਿੰਗ ਬੁਲਾਊਗਾ ਉਸ ਵੇਲੇ ਇਹਦਾ ਮਤਲਬ ਹੈ ਕਿ ਉਹ ਜਿਹੜੇ 15 ਤੋਂ 20 ਕੈਬਨਿਟ ਮਿਨਿਸਟਰ ਉਹਨੇ ਬਣਾਏ ਉਹ ਮੀਟਿੰਗ 'ਚ ਸ਼ਾਮਲ ਹੋਣਗੇ ਸਾਰੇ ਨੂੰ। तो 78 ਤੋਂ ਸਿਰਫ 15 ਤੋਂ 20 ਜਦੋਂ ਕਹੂਗਾ ਜੀ ਮੰਤਰੀ ਪਰਿਸ਼ਦ ਦੀ ਮੀਟਿੰਗ ਬੁਲਾਈ ਜਾਂਦੀ ਤਾਂ ਉਹਦੇ ਵਿੱਚ ਉਹ ਸਾਰਿਆਂ ਨੂੰ ਜਿਹੜਾ ਉਹ ਬੁਲਾਓ। ਸੋ ਇਹਦੇ ਨਾਲ ਤੁਹਾਡਾ ਜਿਹੜਾ ਹੈ ਇਹ ਕੁਐਸਚਨ ਜਿਹੜਾ ਹੈ ਖਤਮ ਹੁੰਦਾ ਹੈ। ਇਹਦੇ ਵਿੱਚ ਤੁਹਾਡੀ ਕਿਤਾਬ ਦੇ ਵਿੱਚ ਇਹਦਾ ਪੂਰਾ ਜਿਹੜਾ ਹੈ ਡਿਫਰੈਂਸ ਦਿੱਤਾ ਹੋਇਆ ਹੈ। ਇਹ ਮੈਨੂੰ ਡਿਟੇਲ 'ਚ ਕਰਾਉਣ ਦੀ ਲੋੜ ਨਹੀਂ, ਇਹਨੂੰ ਪੜ੍ਹ ਲਿਓ ਤੁਸੀਂ ਚੰਗੀ ਤਰ੍ਹਾਂ, ਠੀਕ ਹੈ ਜੀ। ਉਸ ਤੋਂ ਬਾਅਦ ਜਦੋਂ ਅਸੀਂ ਗੱਲ ਕਰਦੇ ਆ ਇਹਨਾਂ ਦੇ ਕੰਮ ਕਾਜ ਦੀ, ਪਾਵਰ ਐਂਡ ਫੰਕਸ਼ਨ ਦੀ ਗੱਲ ਕਰਦੇ ਆ, ਜਿੱਦਾਂ ਉਹਦੇ ਵਿੱਚ ਕਿਹੜੇ ਕੰਮ ਆ ਜਾਂਦੇ, ਐਗਜ਼ੈਕਟਿਵ ਫੰਕਸ਼ਨ ਆ ਜਾਂਦੇ ਕੈਬਨਿਟ। ਜਿੱਦਾਂ ਐਗਜ਼ੈਕਟਿਵ ਫੰਕਸ਼ਨ ਕਿਹੜੇ ਫੰਕਸ਼ਨ ਆਉਣਗੇ, ਰਾਸ਼ਟਰੀ ਨੀਤੀ ਦਾ ਨਿਰਮਾਣ ਆ ਜਾਊਗਾ ਤੇ ਗ੍ਰਹਿ ਨੀਤੀਆਂ ਦਾ ਨਿਰਧਾਰਨ ਆ ਜਾਊਗਾ, ਠੀਕ ਹੈ। ਫਿਰ ਨਿਰਦੇਸ਼ਨ ਆ ਜਾਊਗਾ। ਫਿਰ ਜੇ ਆਪਾਂ ਲੈਜਿਸਲੇਟਿਵ ਦੀ ਗੱਲ ਕਰੀਏ ਜਿਹੜੇ ਕਾਨੂੰਨ ਬਣਾਏ ਜਾਂਦੇ ਆ ਸੰਸਦ ਦੇ ਵਿੱਚ, ਠੀਕ ਹੈ। ਫਿਰ ਪਾਵਰ ਡੈਲੀਗੇਟ ਕੀਤੇ ਜਾਂਦੇ, ਡੈਲੀਗੇਟ ਲੈਜਿਸਲੇਸ਼ਨ ਹੁੰਦੀ ਹੈ ਜਦੋਂ ਸੰਸਦ ਜਿਹੜਾ ਆਪਣਾ ਕੰਮਕਾਜ ਜਿਹੜਾ ਹੈ ਦੂਸਰਿਆਂ ਦੇ ਵਿੱਚ ਪਾਉਂਦਾ, ਉਹਨੂੰ ਆਪਾਂ ਡੈਲੀਗੇਟ ਲੈਜਿਸਲੇਸ਼ਨ ਜਿਹੜੀ ਹੈ ਉਹ ਕਹਿੰਦੇ ਹਾਂ, ਠੀਕ ਹੈ ਜੀ। ਸੋ ਇਹ ਹੋ ਗਿਆ ਕੈਬਨਿਟ ਵਾਲਾ ਕੁਐਸਚਨ। ਠੀਕ ਹੈ, ਇਹਦੇ ਵਿੱਚ क्वेश्चन बनता है, ये तो आ सकता है, कैबिनेट की तानाशाही, इंग्लैंड में कैबिनेट की तानाशाही क्यों है, इस पर चर्चा करें। एक क्वेश्चन तो आ सकता है, ये आप कल नूं लिखांगे। हाँ जी सर। तो सर कैबिनेट की तानाशाही, हाँ मैं दोबारा बोल देना, कैबिनेट इंग्लैंड में कैबिनेट की तानाशाही है, इस पर चर्चा करें, या इस विषय को मुख्य रख के चर्चा करें, जिदा भी जो भी, ठीक है, ये कल करांगे। सो मैं आज ਤੁਹਾਨੂੰ ਸ਼ਾਮੀ ਇੱਕ ਵੀਡੀਓ ਵੀ ਪਾਵਾਂਗਾ, ਉਹ ਅਮਰੀਕਾ ਵਾਲਾ ਜਿਹੜਾ ਆਪਣਾ ਕਨਸਟੀਟਿਊਸ਼ਨ ਚੱਲ ਰਿਹਾ ਉਹਦੇ ਚੋਂ ਪਾਉਂਗਾ ਮੈਂ ਤੁਹਾਨੂੰ, ਠੀਕ ਹੈ। ਅਗਲਾ ਕੁਐਸਚਨ ਡਿਸਕਸ ਆਪਾਂ ਕਰਨਾ ਹੈ। ਜਿਹੜਾ ਲਿਖਣ ਵਾਲਾ ਕੰਮ ਹੈ ਆਪਾਂ ਲਾਈਵ ਕਲਾਸ ਤੇ ਕਰਿਆ ਕਰਨਾ, ਠੀਕ ਹੈ। ਜਦੋਂ ਕਲਾਸਾਂ ਲੱਗ ਜੂਗੀਆਂ, ਹਾਂਜੀ ਸਰ, ਧਿਆਨ ਨਾਲ ਸੁਣੋ ਸਾਰੇ ਜਣੇ, ਜਦੋਂ ਕਲਾਸਾਂ ਲੱਗ ਜੂਗੀਆਂ ਉਦੋਂ ਆਪਾਂ ਲਿਖਣ ਵਾਲਾ ਕੰਮ ਕਲਾਸ 'ਚ ਕਰਾਂਗੇ, ਡਿਸਕਸ਼ਨ ਵੀ ਥੋੜੀ ਜਿਹੀ ਕਲਾਸ 'ਚ ਕਰ ਲਿਆ ਕਰਾਂਗੇ, ਪਰ ਜਿਹੜਾ ਨਾਲ ਸਾਈਮਲਟੇਨੀਅਸਲੀ ਮੈਂ ਤੁਹਾਨੂੰ ਵੀਡੀਓ ਵੀ ਪਾਉਂਗਾ ਰੋਜ਼। ओके सर, ओके। ऑनलाइन बंद नहीं करना ਆਪਾਂ। हाँ जी, हाँ जी सर। तो बाकी बच्चों ਨੂੰ ਵੀ ਕਹਿ ਦਿਓ ਕਿ ਜਿਹੜੇ ਬੱਚੇ ਕਾਲਜ ਨਹੀਂ ਆ ਸਕਦੇ ਉਹ ਉਸ ਟਾਈਮ ਤੇ ਆਨਲਾਈਨ ਕਲਾਸ ਜ਼ੂਮ ਤੇ ਜੁਆਇਨ ਕਰ ਲੈਣ। ਆਪਾਂ ਉਹ ਹਾਈਬ੍ਰਿਡ ਕਲਾਸ ਲਿਆ ਕਰੂੰਗਾ ਮੈਂ ਤੁਹਾਡੀ, ਠੀਕ ਹੈ ਸਰ। ਤੇ ਇਹ ਤੁਹਾਡਾ ਜਿਹੜਾ ਕਾਲਜ ਦੇ ਵਿੱਚ ਟਾਈਮ ਟੇਬਲ ਦੇ ਹਿਸਾਬ ਨਾਲ ਪੀਰੀਅਡ ਹੈ, ਦੂਸਰਾ ਪੀਰੀਅਡ ਹੈ ਤੁਹਾਡਾ 9 ਤੋਂ 9:45, ਨਹੀਂ 9:45 ਤੋਂ 10:30, 9:45 ਤੋਂ 10:30। हाँ जी, 9 से 10:30। ਠੀਕ ਹੈ, ਇਹ ਤੁਹਾਡਾ ਟਾਈਮ ਟੇਬਲ ਦੇ ਹਿਸਾਬ ਨਾਲ ਪੀਰੀਅਡ, ਉਸ ਹਿਸਾਬ ਨਾਲ ਤੁਸੀਂ ਫਿਰ ਕਾਲਜ ਆਣਾ ਜਦੋਂ ਤੂੰ ਕਾਲਜ ਲੱਗ ਜਾਵੇ, ਠੀਕ ਹੈ ਨਾ। ਕਿਉਂਕਿ ਹਾਈਬ੍ਰਿਡ ਹਲੇ ਰੱਖਣਾ ਪੈਣਾ ਕਿਉਂਕਿ ਬੱਚਿਆਂ ਨੇ ਸਾਰਿਆਂ ਨੇ ਕਾਲਜ ਨਹੀਂ ਆਣਾ ਹੈ। हाँ जी सर। ਆਪਣੇ ਤੁਸੀਂ ਵੈਕਸੀਨ ਸਾਰਿਆਂ ਨੇ ਲਵਾ ਲਈ ਹੋਈ ਹੈ? हाँ जी सर, लगवा ली। ਚਲੋ ਠੀਕ ਹੈ, ਫਿਰ ਮੈਂ ਤੈਨੂੰ ਫੋਨ ਕਰਕੇ ਦੱਸੂਗਾ ਕਿ ਜਦੋਂ ਸਾਨੂੰ ਨੋਟਿਸ ਪਾ ਦਿੰਦੇ ਆ ਕਾਲਜ ਵਾਲੇ। ਸਰ ਇਹ ਲਗਾਉਣੀ ਜ਼ਰੂਰੀ ਹੈ ਕੀ? हाँ जी, हाँ जी, वैक्सीन सर। ਵੈਕਸੀਨ ਲਵਾਉਣੀ ਜ਼ਰੂਰੀ ਹੈ। ਠੀਕ ਹੈ ਸਰ। ਤੁਸੀਂ ਲਵਾਈ ਨਹੀਂ ਹਲੇ ਤੱਕ? ਨਹੀਂ ਸਰ ਲਗਾਈ ਕਿਉਂ ਕਿਉਂ? ਉਸ ਤੋਂ ਬਗੈਰ ਤੁਸੀਂ ਕਾਲਜ ਨਹੀਂ ਆ ਸਕਦੇ। ਸਰ ਮੇਰੀ ਸਿਹਤ ਨਹੀਂ ਠੀਕ ਸੀ ਤਾਂ ਕਰਕੇ ਨਹੀਂ ਲਗਵਾਈ। ਕੀ? ਸਰ ਸਿਹਤ ਨਹੀਂ ਠੀਕ ਸੀਗੀ। ਹੁਣ ਲਵਾ ਲਓ, ਜਦੋਂ ਸਿਹਤ ਠੀਕ ਹੁੰਦੀ ਉਦੋਂ ਲਵਾ ਲਓ, ਠੀਕ ਹੈ ਸਰ। ਠੀਕ ਹੈ ਨਾ, ਉਦੋਂ ਲਵਾ ਲਓ। ਚਲੋ ਮੈਂ ਅੱਜ ਦੀ ਕਲਾਸ ਖਤਮ ਕਰਦਾ ਹਾਂ, ਮੈਂ ਤੁਹਾਨੂੰ ਲੈਕਚਰ
ਅਪਲੋਡ ਵੀ ਕਰ ਦੇਣਾ YouTube ਤੇ, ਮੈਂ ਪਾ ਦੇਣਾ ਤੁਹਾਨੂੰ। ओके सर ओके ਠੀਕ ਹੈ ਨਾ, ਜਿਹੜਾ ਕੁਝ ਰਹਿ ਗਿਆ ਉਹ ਲਿਖ ਲਈ। ठीक है सर। ਆਪਣੀ ਅਟੈਂਡੈਂਸ ਸਕਰੀਨਸ਼ਾਟ ਖਿੱਚ ਕੇ ਭੇਜ ਦਿਓ ਮੈਨੂੰ। ओके सर ओके।